ਸ਼ਲੋਕ ਸਹਸਕ੍ਰਿਤੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ। ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਬਾਣੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਸ਼ਲੋਕ ਆਰੰਭ ਹੋ ਰਹੇ ਹਨ। ਜਿਵੇਂ ਸਤਿਕਾਰਯੋਗ ਗਿਆਨੀ ਜੀ ਨੇ ਆਪ ਜੀ ਨੂੰ ਵਿਸਥਾਰ ਸਹਿਤ ਸ਼ਰਵਣ ਕਰਾਇਆ ਹੈ ਕਿ ਜਦੋਂ ਪੰਡਿਤ ਗੋਪਾਲ ਚੰਦ ਜੀ ਦੇ ਪੋਤਰੇ ਹਰੀ ਲਾਲ ਕ੍ਰਿਸ਼ਨ ਲਾਲ ਇਹ ਬੜੇ ਆਪਣੇ ਪਿਤਾ ਦਾ ਇਹਨਾਂ ਨੇ ਜਦੋਂ ਚੜ੍ਹਾਈ ਕਰ ਗਏ ਤੇ ਉਹਦੇ ਨਿਮਿਤ ਬਹੁਤ ਪਾਠ ਜਪ ਤਪ ਕਰਵਾਇਆ, ਪਰੰਤੂ ਮਨ ਨੂੰ ਸ਼ਾਂਤੀ ਨਹੀਂ ਸੀ ਆ ਰਹੀ ਔਰ ਇਹ ਆਪਣੇ ਪਿਤਾ ਦੇ ਦੁੱਖ ਕਰਕੇ ਵਿਆਕੁਲ ਸਨ। ਇਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ 4 ਸ਼ਲੋਕ ਪੜ੍ਹੇ ਤਾਂ ਮਨ ਨੂੰ ਕੁਝ ਧੀਰਜ ਹੋਇਆ ਅਤੇ ਬਿਰਧਾਂ ਕੋਲੋਂ ਸਿਆਣਿਆਂ ਕੋਲੋਂ ਪਤਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਉਸ ਸਮੇਂ ਗੁਰਦੁਆਰਾ ਰਾਮਸਰ ਤੀਰਥ ਦੇ ਕਿਨਾਰੇ 'ਤੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਸਰੂਪ ਭਾਈ ਗੁਰਦਾਸ ਜੀ ਕੋਲੋਂ ਲਿਖਵਾ ਰਹੇ ਸਨ। ਪ੍ਰਭਾਤੀ ਰਾਗ ਸੰਪੂਰਨ ਹੋਇਆ ਸੀ, ਕਿਉਂਕਿ ਜੋ ਜੈਜਾਵੰਤੀ ਰਾਗ ਹੈ ਇਹ 9ਵੀਂ ਪਾਤਸ਼ਾਹੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ। ਸਤਿਗੁਰਾਂ ਦਾ ਜੋ ਪਹਿਲਾ ਸਰੂਪ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਉਹਦੇ 'ਚ 30 ਰਾਗ ਹੀ ਹਨ। ਫਿਰ ਗੁਰੂ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਜੋ ਉਹਨਾਂ ਪੰਡਤਾਂ ਨੇ ਆ ਕੇ ਨਮਸਕਾਰ ਕੀਤੀ, 4 ਸ਼ਲੋਕ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੇ ਅਤੇ ਉਸੇ ਤਰਜ਼ ਦੇ ਉੱਤੇ ਹੋਰ ਸ਼ਲੋਕ ਉਚਾਰਨ ਕਰਨ ਦੀ ਬੇਨਤੀ ਕੀਤੀ। ਅਤੇ ਇਹ ਵੀ ਬੇਨਤੀ ਕੀਤੀ ਸੀ ਕਿ ਮਹਾਰਾਜ ਮੋਹ ਕਰਕੇ ਸਾਡਾ ਮਨ ਬੜਾ ਦੁਖੀ ਹੈ। ਅਸੀਂ ਆਪਣੇ ਪਿਤਾ ਦੇ ਭੋਗ ਤੋਂ ਬਾਅਦ ਕਈ ਗ੍ਰੰਥ ਕਈ ਸ਼ਾਸਤਰਾਂ ਦੇ ਪਾਠ ਕੀਤੇ ਕਰਵਾਏ ਹਨ, ਪਰ ਸਾਡੇ ਮਨ ਨੂੰ ਅਜੇ ਤੱਕ ਧੀਰਜ ਨਹੀਂ ਆ ਰਹੀ। ਤਾਂ ਸਤਿਗੁਰੂ ਜੀ ਨੇ ਇਹ ਸ਼ਲੋਕ ਬੈਰਾਗਮਈ ਭਾਵਨਾ ਦੇ ਨਾਲ ਹੀ ਉਚਾਰਨ ਕੀਤੇ ਹੈ ਅਤੇ ਮਹਾਰਾਜ ਸ਼ੁਰੂ ਵਿੱਚ ਹੀ ਮਾਤਾ ਪਿਤਾ ਆਦਿਕ ਜਿੰਨੇ ਵੀ ਸੰਬੰਧੀ ਹਨ, ਜਿਹੜੇ ਸਾਡੇ ਰਿਸ਼ਤੇਦਾਰ ਸਾਡੇ ਨਾਲ ਪੂਰਵ ਜਨਮ ਕੇ ਸੰਜੋਗੀ ਮਿਲੇ ਹੋਏ ਹਨ, ਉਹਨਾਂ ਦੀ ਨਾਸ਼ਮਾਨਤਾ ਅਸਥਿਰਤਾ ਦਿਖਾ ਰਹੇ ਹੈ ਮਹਾਰਾਜ ਵੀ ਕੋਈ ਵੀ ਰਹਿਣ ਵਾਲਾ ਨਹੀਂ ਹੈ, ਕੋਈ ਵੀ ਸਰੀਰ ਕਰਕੇ ਸਦਾ ਨਾਲ ਨਹੀਂ ਰਹਿੰਦਾ। ਅਤੇ ਅੱਗੇ ਵੀ ਇਹੋ ਜਿਹੇ ਭਾਵ ਦੇ ਬੈਰਾਗਮਈ ਸ਼ਲੋਕ ਆਉਣੇ ਹੈ। ਪੰਥ ਖਾਲਸੇ ਦੀਆਂ ਪੁਰਾਣੀਆਂ ਸਾਰੀਆਂ ਹੀ ਸੰਪਰਦਾਵਾਂ ਵਿੱਚ ਇਹ ਮਰਿਆਦਾ ਚਲੀ ਆਉਂਦੀ ਹੈ। ਜਦੋਂ ਕੋਈ ਕਿਸੇ ਪ੍ਰਾਣੀ ਦੇ ਘਰ ਅਕਾਲ ਚਲਾਣਾ ਹੋ ਜਾਂਦਾ ਅਤੇ ਉਹਦੇ ਨਿਮਿਤ ਸਾਰੇ ਪਰਿਵਾਰ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਵਾ ਦਿੰਦੇ। ਸਾਰਾ ਦਿਨ ਸਹਿਜ ਪਾਠ ਹੁੰਦਾ ਰਹਿੰਦਾ, ਪਰਿਵਾਰ ਦੇ ਜੀ ਸੁਣਦੇ ਰਹਿੰਦੇ। ਸ਼ਾਮ ਨੂੰ ਕਿਸੇ ਗਿਆਨੀ ਸਿੰਘ ਤੋਂ ਸਹਿਸਕ੍ਰਿਤੀ ਦੇ ਜਾਂ ਜੈਤਸਰੀ ਦੀ ਵਾਰ ਦੇ ਸ਼ਲੋਕਾਂ ਦੀ ਕਥਾ ਹੁੰਦੀ। ਇਹ ਮਰਿਆਦਾ ਅਜੇ ਤੱਕ ਵੀ ਸੰਪਰਦਾਵਾਂ ਵਿੱਚ ਤਾਂ ਚੱਲਦੀ ਹੈ, ਪਰ ਆਮ ਨਗਰਾਂ ਪਿੰਡਾਂ ਵਿੱਚ ਇਹਦਾ ਹੁਣ ਅਭਾਵ ਹੁੰਦਾ ਜਾ ਰਿਹਾ ਹੈ। ਕਿਤੇ ਗਿਆਨੀ ਸਿੰਘ ਨਹੀਂ ਮਿਲਦੇ ਅਤੇ ਕਿਤੇ ਸੰਗਤਾਂ ਕੋਲ ਸਮਾਂ ਹੀ ਨਹੀਂ ਹੁੰਦਾ। ਪਰ ਇਹ ਪੁਰਾਤਨ ਮਰਿਆਦਾ ਹੈ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਕਰਵਾਈ ਜਾਂਦੀ ਸੀ। ਸਵੇਰੇ ਜੈਤਸਰੀ ਦੀ ਵਾਰ ਦੀ ਕਥਾ ਹੋਣੀ, ਸ਼ਾਮ ਨੂੰ ਸਹਿਸਕ੍ਰਿਤੀ ਦੇ ਸ਼ਲੋਕਾਂ ਦੀ ਕਥਾ ਹੋਣੀ, ਦਿਨੇ ਮਹਾਰਾਜ ਦੀ ਬਾਣੀ ਦਾ ਪਾਠ ਹੋਣਾ। ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜਿਹੜੇ ਮਨ ਟੁੱਟੇ ਹੁੰਦੇ ਸਨ, ਬੈਰਾਗ ਵਿੱਚ ਆਏ ਹੁੰਦੇ ਸਨ, ਉਹਨਾਂ ਨੂੰ ਧੀਰਜ ਮਿਲਦਾ ਸੀ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬੜੀ ਕਿਰਪਾ ਕਰਕੇ ਸਾਨੂੰ ਸਹਿਸਕ੍ਰਿਤੀ ਸ਼ਲੋਕ ਬਖਸ਼ਿਸ਼ ਕੀਤੇ। ਜੇਕਰ ਇਹਨਾਂ ਦੇ ਟੀਕੇ ਪੜ੍ਹ ਕੇ ਮਹਾਂਪੁਰਸ਼ਾਂ ਦੇ ਅਰਥ ਸੁਣ ਕੇ ਆਪਾਂ ਇਹ ਪਾਠ ਕਰਾਂਗੇ
ਤੇ ਫਿਰ ਹੋਰ ਸਪਸ਼ਟ ਸਾਨੂੰ ਗਿਆਨ ਹੋਵੇਗਾ, ਬਾਣੀ ਦਾ ਆਨੰਦ ਆਵੇਗਾ, ਰਸ ਆਵੇਗਾ। ਹਾਂਜੀ। ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧਿਅੰ ਅਚੁਤ ਤਨਹਾ ਤ੍ਰਿਘੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵਹ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹ ਤ੍ਰਿਗ ਸਨੇਹੰ ਗਿਰਹਾਰਥ ਕਹਿ ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕਹ। ਸਾਧ ਸੰਗ ਸਨੇਹ ਸਤਯੰ। ਆਪ ਜੀ ਦਰਸ਼ਨ ਕਰ ਰਹੇ ਹੋ, ਤੱਤੇ ਨੂੰ ਸਿਹਾਰੀ ਹੈ, ਨਾਲ ਹੀ ਟਿੱਪੀ ਹੈ, ਔਰ ਯਈਏ ਦਾ ਸਰੂਪ ਤੱਤੇ ਦੇ ਚਰਨ ਵਿੱਚ ਨਜ਼ਰ ਆਉਂਦਾ ਹੈ। ਇਸ ਲਈ ਸਤਯੰ ਏਪ ਉਚਾਰਨ ਹੋਵੇਗਾ, ਜਿਵੇਂ ਗਿਆਨੀ ਜੀ ਨੇ ਕੀਤਾ ਹੈ ਜੀ। ਮਿਥਯੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੂਆ ਹਿਤਯੰਤ ਮਾਇਆ ਅਤਯੰਤ ਆਸਾ ਆਥਿਤ ਭਵਨੰ ਗਣੰਤ ਸੁਆਸਾ ਭయాਨ ਧਰਮੰ ਪਤੰਤ ਮੋਹ ਕੂਪ ਦੁਰਲਭਯ ਦੇਹੰ ਤਤ ਆਸਰਯੰ ਨਾਨਕ। ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣః ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਬਨః। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲਭ ਦੇਹੰ ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ। ਹਰ 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 ਹਰੇ ਜਪੰਤ ਸ਼ੋਭੰਤ ਤੋਯੰ ਅਚੁੱਤ ਗੁਣਗਯੰ ਪੂਰਣੰ ਬਹੁਲੋ ਕਿਰਪਾਲਾ। ਸੁਭੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਗੁਣਗਯੰ ਆਮ ਸਰੂਪਾਂ ਦੇ ਵਿੱਚ ਔਰ ਆਮ ਲਿਖਤਾਂ ਵਿੱਚ ਇੱਥੇ ਨਾਣੇ ਨਾਲ ਛਪਦਾ ਹੈ ਗੁਣਗਯੰ, ਪਰ ਪੁਰਾਤਨ ਸਰੂਪਾਂ ਵਿੱਚ ਨੰਨਾ ਇਸ ਦਾ ਸਰੂਪ ਹੈ ਗੁਣਗਯੰ। ਸੋ ਇਹ ਗੁਣਗਯੰ ਆਪ ਜੀ ਨੇ ਨਿਸ਼ਚੇ ਰੱਖਣਾ ਜੀ। ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ। ਹਰ 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 ਹਰੇ ਜਪੰਤ। ਦੁਰਲਭ ਦੇਹ ਉਧਰੰਤ ਇਥੇ ਵਿਸਰਾਮ ਆਇਆ, ਸਾਧ ਸਰਣ ਨਾਨਕ। ਹਰ 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 ਇਥੇ ਵਿਸਰਾਮ ਹੈ, ਹਰ ਹਰੇ ਜਪੰਤ। ਸ਼ੁਭੰਤ ਤੋਯੰ ਅਚੁੱਤ ਗੁਣਗਯੰ ਪੂਰਣੰ ਬਹੁਲੋ ਕਿਰਪਾਲਾ। ਗੰਭੀਰੰ ਊਚਾ ਸਰਬੱਗ ਅਪਾਰਾ ਭ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ। ਮ੍ਰਿਗੀ ਪੇਖੰਤ ਬੱਧਕ ਪ੍ਰਹਰੇਨ ਲਖ ਆਵਧ। ਅਹੋ ਜਸ ਰਖੇਨ ਗੋਪਾਲਹ ਨਾਨਕ ਰੋਮ ਨ ਛੇਦਿਅਤੇ। ਮ੍ਰਿਗੀ ਪੇਖੰਤ ਬੱਧਕ ਪ੍ਰਹਾਰੇਣ ਲਖ ਆਵਦੈ ਹੈ। ਆਵਦੈ ਹੈ ਧੱਦੇ ਨੂੰ ਥੋੜਾ ਕੱਸ ਕੇ ਆਵਦੈ ਹੈ। ਅਹੋ ਜਸ ਰਖੇਣ ਗੋਪਾਲਹ ਨਾਨਕ ਰੋਮ ਨਾ ਛੇਦਿਅਤੇ। ਇੱਥੇ ਛੇਦਿਅਤੇ ਬੋਲਿਆ ਜਾਵੇਗਾ, ਇਹ ਆਪ ਜੀ ਨੇ ਨਿਸ਼ਚਾ ਰੱਖਣਾ ਜੀ। ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ। ਬਿਖਮ ਥਾਨ ਬਸੰਤ ਊਚਹ ਨਹਿ ਸਿਮਰੰਤ ਮਰਣੰ ਕਦਾਂਚਹ। ਹੋਵੰਤ ਆਗਿਆ ਭਗਵਾਨ ਸਿਮਰ ਹੋਵੰਤ ਆਗਿਆ ਭਗਵਾਨ ਪੁਰਖਹ। ਨਾਨਕ ਕੀਟੀ ਸਾਸ ਅਕਰਖਤੇ। ਅਕਰਖਤੇ ਅ ਦੇ ਨਾਲ ਕਰਖਤੇ ਨੂੰ ਸੰਬੰਧਕ ਕਰਕੇ ਅਕਰਖਤੇ ਇਕੱਠਾ ਬੋਲਣਾ। ਅਕਰਖਤੇ ਜਾਂ ਕੋਈ ਹੋਰ ਰੂਪ ਇਸ ਦਾ ਨਹੀਂ ਬਣਾਉਣਾ। ਫਿਰ ਸਮਝਣਾ
ਕਿ ਐੜੇ ਦੇ ਨਾਲ ਕਰਖਤੇ ਨੂੰ ਸੰਬੰਧਕ ਕਰਕੇ ਪਾਠ ਇਕੱਠਾ ਬੋਲਣਾ ਅਕਰਖਤੇ। ਹਾਂਜੀ। ਸ਼ਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਭਰਮ ਮੋਹੰ ਭਗਵਾਨ ਰਮਨੰ ਸਰਬਤਰ ਥਾਨਯੰ ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ ਕਟਹੰਤ ਰੂਪੰ ਕਟਹੰਤ ਦੀਪੰ ਕਟਹੰਤ ਰਵ ਸਸਿਅਰ ਨਖਯਤਰ ਗਗਨੰ ਘਟੰਤ ਵਸੁਧਾ ਗਿਰ ਤਰਸੇ ਖੰਡੰ ਘਟੰਤ ਲਲਨਾ ਸੁਤ ਭਰਾਤ ਹੀਤੰ ਘਟੰਤ ਕਨਕ ਮਾਨਿਕ ਮਾਇਆ ਸਵਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰ ਨਾਨਕ ਸਾਧ ਜਾਨਾ। ਘਟਹੰਤ ਇੱਥੇ ਕੱਕਾ ਨਾ ਬਣ ਜਾਵੇ, ਇਹ ਖਿਆਲ ਰੱਖਣਾ। ਕਈ ਬਹੁਤ ਜ਼ਿਆਦਾ ਹੀ ਅਣਗਹਿਲੀ ਵਰਤ ਜਾਂਦੇ, ਘਟੰਤ ਹੀ ਕਹੀ ਜਾਂਦੇ ਨੇ। ਘਟੰਤ ਘੱਗੇ 'ਤੇ ਥੋੜ੍ਹਾ ਜ਼ੋਰ ਦੇ ਕੇ, ਜਿਵੇਂ ਆਪਾਂ ਕਹਿੰਦੇ ਘਟ ਜਾਂਦਾ ਹੈ। ਘਟਹੰਤ ਦੀਪੰ ਘਟਹੰਤ ਰੂਪੰ ਘਟਹੰਤ ਦੀਪੰ ਘਟੰਤ ਰਵ ਸਸਿਅਰ ਨਖਯਤਰ ਗਗਨੰ। ਨਖਯਤਰ ਜਿਵੇਂ ਸੰਸਕ੍ਰਿਤ ਵਿੱਚ ਨਕਸ਼ਤਰ ਹੁੰਦਾ ਹੈ ਕਸ਼ਾ ਦੇ ਨਾਲ, ਉੱਥੋਂ ਲਫ਼ਜ਼ ਆਇਆ ਨਖਯਤਰ। ਹਾਂਜੀ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖਯਤਰ ਗਗਨੰ ਘਟੰਤ ਵਸੁਧਾ ਗਿਰ ਤਰਸੇ ਖੰਡੰ ਘਟੰਤ ਲਲਨਾ ਸੁਤ ਭਰਾਤ ਹੀਤੰ ਘਟੰਤ ਕਨਕ ਮਾਨਿਕ ਮਾਇਆ ਸਵਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰ ਨਾਨਕ ਸਾਧ ਜਾਨਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਵਾਹਿਗੁਰੂ ਜੀ, ਬਿਲੰਬ ਪਾਠ ਕਰਨ ਲੱਗਿਆਂ ਧਿਆਨ ਦੇਣਾ ਆਪਾਂ ਨੇ। ਜਿਵੇਂ ਸੁਣਿਆ ਹੈ ਕਿਤੇ ਭੱਬਾ ਨਾ ਬੋਲਿਆ ਜਾਵੇ, ਬਿਲੰਬ ਨਹੀਂ ਕਹਿਣਾ, ਬੋਲਿਆ ਇਹ ਕਹਿਣਾ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਇੱਥੇ ਭੱਬਾ ਹੈ, ਇਹ ਧਿਆਨ ਦੇਣਾ। ਜਿਵੇਂ ਆਪਾਂ ਪਾਠ ਸ਼ੁੱਧ ਸੁਣਿਆ ਹੈ, ਬਿਲੰਬ ਬੱਬਾ ਲੱਗਾ ਹੈ, ਬੱਬਾ ਹੀ ਉਚਾਰਨ ਕੀਤਾ ਜਾਵੇ ਜੀ। ਹਾਂਜੀ ਚਲੋ। ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਆਣ ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਤਾ ਬਿਨੋਦ ਸਾਹੰ ਜੌਬਨ ਬਹਿਕ੍ਰਮ ਕਨਕ ਕੁੰਡਲ ਹੈ। ਬਹਿਕਰਮ ਆਪ ਜੀ ਨੇ ਸਰਵਣ ਕੀਤਾ। ਆਮ ਤੌਰ 'ਤੇ ਬਹਿ ਅਤੇ ਕਰਾਮ ਵੱਖਰਾ ਵੱਖਰਾ ਕਰ ਦਿੱਤਾ ਜਾਂਦਾ ਹੈ, ਪਰ ਇਹ ਵੱਖਰਾ ਵੱਖਰਾ ਨਹੀਂ ਕਰਨਾ। ਸੋ ਕਾਹਲੀ ਦੇ ਵਿੱਚ ਇਸ ਨੂੰ ਬਹਿਕਰਮ ਇਕੱਠਾ ਬੋਲਣਾ। ਬਚਿੱਤਰ ਮੰਦਿਰ ਸ਼ੋਭੰਤ ਬਸਤਰਾ ਇਤਿਅੰਤ ਮਾਇਆ ਵਿਆਪਿਤੰ ਹੇ ਅਚੁੱਤ ਸਾਰਣ ਸੰਤ ਨਾਨਕ ਭੋ ਭਗਵਾਨ ਨਮః। ਜਨਮੰ ਤਾ ਮਰਣੰ ਹਰਖੰ ਤਾ ਸੋਗੰ ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਭਿਮਾਨੰ ਤਾਹੀਨੰ ਪ੍ਰਵਿਰਤ ਮਾਰਗੰ ਵਰਤੰਤ ਵਿਨਾਸ਼ਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ। ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ। ਇੱਥੇ ਵਿਸਰਾਮ ਹੈ ਜੀ। ਨਾਨਕ ਭਗਵੰਤ ਭਜਨਾਸਨੰ। ਭਜਨਾਸਨੰ ਇਕੱਠਾ ਪਾਠ ਕਰਨਾ। ਭਜਨ ਆਸਨੰ ਭਜਨਾਸਨੰ।
ਹਾਂਜੀ। ਗੋਬਿੰਦ ਭਜਨ ਸਾਧ ਸੰਗੇਨ ਅਸਥਿਰੰ ਨਾਨਕ ਭਗਵੰਤ ਭਜਨਾਸਨੰ ਕਿਰਪੰ ਤਾ ਹਰਿਯੰ ਮਤ ਤਤ ਗਿਆਨੰ ਬਿਗਸੀਧੈ ਬੁੱਧਾ ਕੁਸਲ ਥਾਨੰ ਬਸਿਅੰਤ ਰਿਖਿਅੰ ਤਿਆਗ ਮਾਨੰ। ਬਸਿਅੰਤ, ਬਸਿਅੰਤ, ਇਹਨੂੰ ਬਸੇਂਤ ਨਹੀਂ ਬੋਲਣਾ, ਬਸਿਅੰਤ। ਜਿਹੜਾ ਸੱਸੇ ਦੇ ਪੈਰ ਵਿੱਚ ਜਈਆ ਹੈ ਉਹ ਐੜਾ ਬਣ ਕੇ ਆਵਾਜ਼ ਦੇਵੇਗਾ, ਟਿੱਪੀ ਉਹਦੇ ਤੇ ਲੱਗੇਗੀ। ਬਸਿਅੰਤ ਰਿਖਿਅੰ ਤਿਆਗ ਮਾਨੰ। ਬਸਿਅੰਤ ਤੋਂ ਭਾਵ ਵਸ ਵਿੱਚ ਆ ਜਾਣਾ। ਹਾਂਜੀ। ਵਸਣ ਤੋਂ ਨਹੀਂ ਭਾਵ ਵਸੇਬਾ ਨਹੀਂ ਹੈ, ਵਸ ਵਿੱਚ ਆ ਜਾਣਾ। ਬਸਿਅੰਤ ਬਸਿਅੰਤ ਰਿਖਿਅੰ, ਰਿਖਿਅੰ ਤੋਂ ਭਾਵ ਹੈ ਰਖੀਕ, ਰਖੀਕ ਤੋਂ ਭਾਵ ਹੈ ਇੰਦਰੇ, ਸਰੀਰ ਦੇ ਇੰਦਰੇ, ਇਹ ਵਸ ਵਿੱਚ ਆ ਜਾਂਦੇ ਨੇ। ਬਸਿਅੰਤ ਰਿਖਿਅੰ ਤਿਆਗ ਮਾਨੰ। ਬਿਗਸੀਧੈ ਬੁੱਧਾ ਕੁਸਲ ਥਾਨੰ ਬਸਿਅੰਤ ਰਿਖਿਅੰ ਤਿਆਗ ਮਾਨੰ ਸੀਤਲੰਤ ਰਿਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ।